ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀ ਗੱਲ ਕਰੀਏ ਤੇ ਇਨ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਉਹ ਵੱਡੇ ਪੱਧਰ ਤੇ ਹੁੰਦਾ ਨਜ਼ਰ ਆ ਰਿਹਾ। ਹਾਲਾਂਕਿ ਕੇਂਦਰ ਨਾਲ ਜਿਹੜੀ ਮੀਟਿੰਗ ਹੋਣੀ ਹੈ ਉਸ ਨੂੰ ਲੈ ਕੇ ਪੰਜਾਬ ਦੀਆਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਰਜ਼ਾਮੰਦਗੀ ਜਤਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਸਿੱਧੇ ਤੌਰ ਤੇ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਮੀਟਿੰਗ ਦਾ ਹਿੱਸਾ ਬਣਾਂਗੇ ਤਾਂ ਕਿ ਕੱਲ ਨੂੰ ਕੇਂਦਰ ਇਹ ਨਾ ਕਹੇ ਕਿ ਸਾਡੇ ਨਾਲ ਬਹਿ ਕੇ ਕਿਸਾਨਾਂ ਨੇ ਮੀਟਿੰਗ ਨਹੀਂ ਕੀਤੀ, ਗੱਲਬਾਤ ਨਹੀਂ ਕੀਤੀ। ਕਿਉਂਕਿ ਲਗਾਤਾਰ ਬੀਜੇਪੀ ਆਗੂਆਂ ਦੀ ਗੱਲ ਕਰੀਏ, ਕੇਂਦਰੀ ਮੰਤਰੀਆਂ ਦੀ ਗੱਲ ਕਰੇ, ਕਹਿੰਦੇ ਆ ਕਿ ਟੇਬਲ ਟੋਕ ਕਰਕੇ ਹੀ ਹੱਲ ਨਿਕਲ ਸਕਦਾ। ਲੇਕਿਨ ਟੇਬਲ ਟੋਕ ਜਿੱਥੇ ਗੱਲ ਹੋਣੀ ਹੈ ਉਸ ਤੋਂ ਪਹਿਲਾਂ ਹੀ ਬੀਜੇਪੀ ਬਨਾਮ ਕਾਂਗਰਸ ਮਸਲਾ ਬਣਦਾ ਨਜ਼ਰ ਆ ਰਿਹਾ, ਕਿਉਂਕਿ ਬੀਜੇਪੀ ਦੇ ਜਿਹੜੇ ਸੂਬਾ ਪ੍ਰਧਾਨ ਹੈ ਉਹਨਾਂ ਤੇ ਜਿਸ ਤਰ੍ਹਾਂ ਨਾਲ ਹਮਲਾ ਹੋਇਆ ਔਰ ਸਿੱਧੇ ਤੌਰ ਤੇ ਕਾਂਗਰਸ ਤੇ ਆਰੋਪ ਲਾ ਰਹੇ। ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਸਰਕਾਰ। ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀ ਗੱਲ ਕਰੀਏ, ਹੁਣ ਆ ਪੂਰਾ ਦਾ ਪੂਰਾ ਮਸਲਾ ਜਿਹੜਾ ਬੀਜੇਪੀ ਬਨਾਮ ਕਾਂਗਰਸ ਹੁੰਦਾ ਨਜ਼ਰ ਆ ਰਿਹਾ। ਅੱਜ ਕਾਂਗਰਸ ਦੇ ਖਿਲਾਫ ਬੀਜੇਪੀ ਸੜਕਾਂ ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹਨਾਂ ਤੇ ਜਿਹੜਾ ਹਮਲਾ ਹੋਇਆ ਉਹ ਕਾਂਗਰਸ ਦੀ ਸ਼ਹਿ ਦੇ ਉੱਪਰ ਹੋਇਆ। ਵੇਖੋ, ਇਸ ਤਰ੍ਹਾਂ ਦੇ ਆਰੋਪ ਲਗਾਉਣੇ ਬਿਲਕੁਲ ਗਲਤ ਨੇ। ਮੇਰਾ ਖਿਆਲ ਕਾਂਗਰਸ ਪਾਰਟੀ ਜਾਂ ਪੰਜਾਬ ਸਰਕਾਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਸ ਗੱਲ ਦਾ ਅਧਿਕਾਰ ਨਹੀਂ ਦਿੰਦੀ ਕਿ ਕਿਸੇ ਵੀ ਵਿਅਕਤੀ ਤੇ ਹਮਲਾ ਹੋਵੇ, ਬੇਸ਼ੱਕ ਉਹ ਬੀਜੇਪੀ ਦਾ ਪ੍ਰਧਾਨ ਹੋਣ, ਬੇਸ਼ੱਕ ਕੋਈ ਆਮ ਵਿਅਕਤੀ ਹੋਵੇ। ਇਸ ਤਰ੍ਹਾਂ ਦਾ ਹੱਕ ਕਿਸੇ ਨੂੰ ਨਹੀਂ ਦਿੱਤਾ ਕਾਨੂੰਨ ਵਿਵਸਥਾ ਨੂੰ ਆਪਦੇ ਹੱਥ ਵਿੱਚ ਲੈਣ ਦਾ। ਔਰ ਇਸ ਤਰ੍ਹਾਂ ਦੇ ਸਾਡੇ ਤੇ ਆਰੋਪ ਲਾਉਣੇ ਬਿਲਕੁਲ ਗਲਤ ਹੈ। ਮੇਰੇ ਖਿਆਲ ਮੁੱਖ ਮੰਤਰੀ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਕਿਹਾ ਕਿ ਜੋ ਬਣਦੀ ਕਾਰਵਾਈ ਹੈਗੀ ਹੈ ਉਹ ਕਰੋ। ਧਰਨਾ ਲਾਉਣਾ ਸਾਡਾ ਫਰਜ਼ ਹੈ, ਲੋਕਤੰਤਰ ਹੈ। ਰੇਲ ਰੋਕਣੀ, ਸੜਕਾਂ ਤੇ ਬੈਠਣਾ ਇਹ ਹੱਕ ਹੈ, ਕਿਉਂਕਿ ਕਿਸਾਨ ਭਰਾਵਾਂ ਨਾਲ ਧੱਕਾ ਹੋ ਰਿਹਾ। ਕਿਤੇ ਨਾ ਕਿਤੇ ਪੰਜਾਬ ਦਾ ਨੌਜਵਾਨ ਇਹ ਮਹਿਸੂਸ ਕਰ ਰਿਹਾ, ਉਹ ਇਨਸਿਕਿਉਰ ਮਹਿਸੂਸ ਕਰ ਰਿਹਾ ਕਿ ਆਉਣ ਵਾਲੇ ਸਾਡੇ ਭਵਿੱਖ ਨਾਲ ਕੀ ਹੋਏਗਾ। ਕਈ ਵਾਰੀ ਕੋਈ ਉਤੇਜਨਾ ਚਾਹ ਕੇ ਕੋਈ ਵਿਅਕਤੀ ਐਸਾ ਗਲਤ ਕੰਮ ਚੁੱਕ ਲੈਂਦਾ। ਅਸੀਂ ਉਹਨਾਂ ਨੂੰ ਇਹੀ ਕਹਾਂਗੇ ਇਹੋ ਜਿਹੀ ਉਤੇਜਨਾ 'ਚ ਨਹੀਂ ਆਉਣਾ ਚਾਹੀਦਾ। ਆਪਦੀ ਐਨਰਜੀ ਬਚਾ ਕੇ ਰੱਖੋ, ਲੜਾਈ ਲੜੋ। ਜੋ ਲੋਕਤੰਤਰ ਤਰੀਕੇ ਨਾਲ ਅਸੀਂ ਲੜਾਈ ਲੜ ਸਕਦੇ ਹਾਂ, ਸ਼ਾਂਤਮਈ ਤਰੀਕੇ ਨਾਲ, ਉਹ ਲੜਾਈ ਲੜਨੀ ਹੈ, ਨਾ ਕਿ ਇਸ ਤਰ੍ਹਾਂ ਦਾ। ਔਰ ਅਸੀਂ ਉਸ ਗੱਲ ਦੀ ਨਿੰਦਾ ਕਰਦੇ ਹਾਂ। ਇਹ ਫਾਲਤੂ ਦੀ ਇਲਜ਼ਾਮਬਾਜ਼ੀ ਹੈ। ਇਹ ਬਿਲਕੁਲ ਗਲਤ ਹੋਏਗਾ ਕਿ ਅਸੀਂ ਕਿਸੇ ਨੂੰ ਇਹ ਗੱਲ ਦੀ ਸ਼ਹਿ ਦੇ ਰਹੇ ਹਾਂ। ਲੇਕਿਨ ਉਹ ਕਹਿ ਰਹੇ ਹਨ ਕਿ ਕਾਂਗਰਸ ਜਿਹੜੀ ਹੈ ਉਹ 2022 ਦੀ ਬਿਸਾਤ ਵਿਛਾਣਦੀ ਹੋਈ ਨਜ਼ਰ ਆ ਰਹੀ ਹੈ ਕਿਸਾਨਾਂ ਦੇ ਮਸਲੇ ਤੇ, ਕਿਉਂਕਿ ਵਾਅਦੇ 2017 ਦੇ ਵਿੱਚ ਬਹੁਤ ਸਾਰੇ ਕੀਤੇ ਸੀ, ਉਹ ਵਾਅਦਿਆਂ ਤੇ ਖਰੀ ਨਹੀਂ ਉਤਰ ਪਾਈ ਕਾਂਗਰਸ। ਇਸ ਕਰਕੇ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣ ਦੀ ਕੰਮ ਕਰ ਰਹੀ ਹੈ। ਉਹ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਵੀ ਬਰਗਲਾਇਆ ਜਾ ਰਿਹਾ ਹੈ, ਜਦਕਿ ਖੇਤੀਬਾੜੀ ਕਾਨੂੰਨ ਜਿਹੜੇ ਨੇ ਉਹ ਖੇਤੀ ਨੂੰ ਲਾਹੇਬੰਦ ਕਰਨਗੇ। ਬਿਲਕੁਲ ਇੱਕ ਗਲਤ ਗੱਲ ਹੈ। ਜਿਹੜੇ ਬੀਜੇਪੀ ਵਾਲੇ ਹੈ, ਕੁਝ ਲੋਕ ਹੀ ਮੇਰੇ ਖਿਆਲ ਕਿਸਾਨੀ ਕਰਦੇ ਹੋਣਗੇ। ਜਿਹੜੀ ਉਹਨਾਂ ਦੀ ਕਿਸਾਨ ਭਾਈਵਾਲ ਪਾਰਟੀ ਆਪਦੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਕਹਾਉਂਦੇ ਸੀ, ਜਿਨ੍ਹਾਂ ਨੇ ਪਹਿਲਾਂ ਸਾਈਨ ਕਰ ਦਿੱਤੇ ਉਹਦੇ ਤੇ, ਜੋ ਲੈ ਕੇ ਆਂਦੇ ਬਿੱਲ ਲੈ ਕੇ ਆਂਦੇ, ਅਮੈਂਡਮੈਂਟ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ ਇਹ ਸਰਾਸਰ ਜ਼ਾਸਤੀ ਹੈ, ਧੱਕਾ, ਛੱਡ ਗਏ ਉਹਨਾਂ ਦਾ ਸਾਥ। ਮੇਰਾ ਖਿਆਲ ਪੰਜਾਬ ਦੇ ਕਿਸਾਨ ਹੈ ਜਿਹੜੇ ਅੱਜ ਸੜਕਾਂ ਤੇ ਬੈਠੇ ਆ, ਉਹ ਕੋਈ ਇੰਨੇ ਬੇਵਕੂਫ ਨਹੀਂ ਹੈ। ਉਹਨਾਂ ਨੂੰ ਕੋਈ ਵਰਾ ਨਹੀਂ ਸਕਦਾ, ਉਹਨਾਂ ਨੂੰ ਕੋਈ ਗਲਤ ਚੀਜ਼ ਨਾਲ ਸਮਝਾ ਨਹੀਂ ਸਕਦਾ। ਉਹ ਪੜ੍ਹੇ ਲਿਖੇ ਲੋਕ ਨੇ, ਕੋਈ ਅਨਪੜ੍ਹ ਲੋਕ ਨਹੀਂ ਹੈ ਜਿਹੜੇ ਕਿ ਬੇਸ਼ੱਕ ਉਹ ਖੇਤੀ ਕਰਦੇ ਨੇ, ਲੇਕਿਨ ਕੋਈ ਅਨਪੜ੍ਹ ਨਹੀਂ ਹੈ। ਹਰ ਬੰਦੇ ਨੂੰ, ਹਰ ਵਿਅਕਤੀ ਨੂੰ ਉਹਨਾਂ ਨੇ ਉਹਨਾਂ ਬਿੱਲਾਂ ਦੀ ਅੱਛੇ ਤਰੀਕੇ ਦੇ ਨਾਲ ਵਕੀਲ ਸਾਹਿਬਾਨ ਨਾਲ ਬਹਿ ਕੇ ਪੜਚੋਲ ਕੀਤੀ ਹੈ। ਮੇਰੇ ਤੁਹਾਡੇ ਕਹਿਣ ਤੇ ਕੁਝ ਨਹੀਂ ਚੱਲਣਾ। ਜਿਵੇਂ ਕਿ ਕੱਲ ਸੁਖਬੀਰ ਬਾਦਲ ਨੇ ਕਹਿਤਾ ਕਿ ਅਗਰ ਸੈਸ਼ਨ ਨਾ ਬੁਲਾਇਆ ਤਾਂ ਅਸੀਂ ਹਫਤੇ ਦੇ ਅੰਦਰ ਘਰਾਓ ਕਰਾਂਗੇ, ਅਸੀਂ ਕੋਠੀ ਜਾਵਾਂਗੇ। ਉਹਨੂੰ ਮੈਂ ਪੁੱਛਣਾ ਚਾਹੁੰਦਾ, ਭਾਈ ਮੇਰਿਆ, ਤੂੰ ਮੋਦੀ ਦਾ ਘਰਾਓ ਕਿਉਂ ਨਹੀਂ ਕਰਦਾ? ਕੱਲ ਤੁਹਾਡੀ ਧਰਮ ਪਤਨੀ ਦੁਬਾਰਾ ਫਿਰ ਐਨਡੀਏ ਨਾਲ ਰਿਸ਼ਤਾ ਛੱਡਣ ਦੇ ਬਾਵਜੂਦ ਉਹਨਾਂ ਦੀਆਂ ਤਾਰੀਫਾਂ ਕਰਕੇ ਉਹਨਾਂ ਨਾਲ ਮੰਚ ਸਾਧਨ ਕੀਤਾ। ਜਿਨ੍ਹਾਂ ਨੇ ਕਾਨੂੰਨ ਬਣਾਇਆ ਉੱਥੇ ਸਾਈਨ ਕਰਕੇ ਉਹਨਾਂ ਦਾ ਘਰਾਓ ਨਹੀਂ ਕਰਨਾ। ਲੋਕ ਜਾਣਦੇ ਹੈ ਕਿ ਇਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹੈ ਕਿ ਅਸੀਂ ਸੈਸ਼ਨ ਸਾਡੀ ਅਸੀਂ ਫੋਰਸ ਕੀਤਾ ਦਬਲਾ, ਜਦ ਕਿ ਟੈਕਨੀਕਲ ਹਿਚਸ ਸੀਗੀਆਂ ਜਿਹੜੀਆਂ। ਮੇਰਾ ਖਿਆਲ ਉਹ ਸਰਕਾਰ ਨੇ ਸਾਰੀਆਂ ਉਹਨੂੰ ਚੈੱਕ ਕਰਦੇ ਹੋਏ ਸੈਸ਼ਨ ਬੁਲਾ ਲੈਣਾ ਹੈ, ਕੋਈ ਨਾ ਕੋਈ ਫੈਸਲਾ ਕੈਬਨਿਟ ਨੇ ਲੈ ਲੈਣਾ ਹੈ। ਪਰ ਮੇਰਾ ਖਿਆਲ ਇਹ ਸਾਰੀ ਗੱਲ ਗਲਤ ਕਰ ਰਹੀ ਹੈ ਬੀਜੇਪੀ ਜਾਣ ਬੁੱਝ ਕੇ। ਮੈਂ ਸੁਣਿਆ ਕਿ 8 ਮੰਤਰੀਆਂ ਦੀ ਡਿਊਟੀ ਲਾ ਦਿੱਤੀ ਗਈ ਕਿ ਉਹ ਕਨਵਿੰਸ ਕਰਨਗੇ ਲੋਕਾਂ ਨੂੰ। ਜੇ ਕਨਵਿੰਸ ਕੋਈ ਹੁੰਦਾ ਹੈ ਤਾਂ ਕਰ ਲੈਣ। ਅੱਜ ਕੱਲ੍ਹ ਤਾਂ ਬੱਚਾ ਨਹੀਂ ਕਨਵਿੰਸ ਹੁੰਦਾ ਬਾਪ ਤੋਂ ਗਲਤ ਗੱਲ ਤੇ। ਸੋ ਇਹ ਬਿਲਕੁਲ ਗਲਤ ਗੱਲ ਹੈ। ਜਿਹੜੇ ਤਿੰਨੇ ਇਹ ਕਾਨੂੰਨ ਲੈ ਕੇ ਆਏ ਇਹ ਕਿਸਾਨਾਂ ਦੇ ਖਿਲਾਫ ਨੇ। ਤੇ ਕਿਸਾਨ ਕਹਿੰਦੇ ਕਿ ਸਾਨੂੰ ਸ਼ੋਰਿਟੀ ਦੇ ਦਿਓ, ਤੁਸੀਂ ਇੱਕ ਬਿੱਲ ਹੋਰ ਲਿਆਓ ਕਿ MSP ਤੋਂ ਥੱਲੇ ਕੋਈ ਨਹੀਂ ਖਰੀਦੇਗਾ, ਕਾਨੂੰਨ ਬਣਾ ਦਿਓ। ਕਿਉਂ ਨਹੀਂ ਬਣਾ ਰਹੇ? ਕਿਸਾਨ ਸੈਟੀਸਫਾਈਡ ਹੋ ਜਾਣ, ਸਾਨੂੰ ਤਾਂ ਕੋਈ ਗੱਲ ਨਹੀਂ। ਅਸੀਂ 2022 ਦਾ ਇਲੈਕਸ਼ਨ ਆਪਦੇ ਬਲਬੂਤੇ ਤੇ ਲੜਾਂਗੇ। ਅਸੀਂ
ਕੋਈ ਤੁਹਾਡੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਉਣੀ। ਲੇਕਿਨ ਇਜਲਾਸ ਦੀ ਗੱਲ ਨੂੰ ਲੈ ਕੇ ਅੱਜ ਵੀ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਉਹ ਸਪੀਕਰ ਸਾਹਿਬ ਨੂੰ ਮਿਲਿਆ, ਸਿੱਧੇ ਤੌਰ ਤੇ ਕਿਹਾ ਕਿ ਆਹ ਸੈਸ਼ਨ ਆਪਾਂ ਬੁਲਾ ਕੇ ਰਵਾਂਗੇ, ਚਾਹੇ ਕੁਝ ਹੋ ਜੇ, ਕਾਂਗਰਸ ਨੂੰ ਮਜਬੂਰ ਕਰਾਂਗੇ ਔਰ ਹਰ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ। ਔਰ ਕਹਿੰਦੇ ਆ ਕਿ ਇਸ ਵਾਰ ਵਾਲਾ ਸੈਸ਼ਨ ਜਿਹੜਾ ਉਹ ਵੱਡਾ ਵੀ ਹੋਣਾ ਚਾਹੀਦਾ ਔਰ ਉਸ ਤਰ੍ਹਾਂ ਦਾ ਸੈਸ਼ਨ ਨਹੀਂ ਹੋਣਾ ਚਾਹੀਦਾ ਕਿ ਵਿਰੋਧੀ ਧਿਰ ਬਾਹਰ ਬੈਠੀ ਹੈ, ਕਾਂਗਰਸ ਆਪਣੀ ਮੈਜੋਰਟੀ ਦੇ ਬਲਬੂਤੇ ਤੇ ਬਿੱਲ ਜਿਹੜੇ ਆ ਉਹ ਪਾਸ ਕਰੀ ਜਾਏ। ਉਹ ਕਹਿੰਦੇ ਆ ਕਿ ਸਾਰੇ ਮਸਲਿਆਂ ਤੇ ਚਰਚਾ ਜਿਹੜੀ ਆ ਲਾਜ਼ਮੀ ਹੋਣੀ ਚਾਹੀਦੀ ਔਰ 10 ਤੋਂ 15 ਦਿਨ ਦੇ ਸੈਸ਼ਨ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਅੱਜ ਕਰਦਾ ਨਜ਼ਰ ਆਇਆ। ਵਿਕਰਮ ਮਜੀਠੀਆ ਵੀ ਵੱਡੇ ਬਿਆਨ ਦਿੰਦੇ ਨਜ਼ਰ ਆਏ ਇਸ ਨੂੰ ਲੈ ਕੇ। ਬਈ ਵਿਕਰਮ ਸਿੰਘ ਮਜੀਠੀਆ ਅਗਰ ਬਿਆਨ ਨਾ ਦੇਗਾ ਤਾਂ ਉਹਨੂੰ ਕਿਸੇ ਪਿੰਡ 'ਚ ਬੋਲਣ ਨਹੀਂ ਦੇਣਾ। ਜੋ ਉਹਨਾਂ ਦੀ ਭੈਣ ਜੀ ਨੇ ਕੀਤਾ ਹੈ ਉਹ ਜਨਤਾ ਜਾਣਦੀ ਹੈ। ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਬਈ? ਉੱਥੇ ਪਾਰਲੀਮੈਂਟ ਦੇ ਵਿੱਚ ਵੀ ਮੈਜੋਰਿਟੀ ਦੇ ਵਿੱਚ ਸੀਗੇ ਇਹ ਲੋਕ, ਇਹ ਸੱਤਾ ਸਰਕਾਰ ਦੇ ਵਿੱਚ ਸੀ। ਇਹਨਾਂ ਦੇ ਭਨੋਈਆ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਸਫਾਈਆਂ ਦੇ ਕੇ ਐਗਰੀਕਲਚਰ ਮਿਨਿਸਟਰ ਨੂੰ ਇੱਥੇ ਦਿੱਲੀ 'ਚ ਇੱਥੇ ਚੰਡੀਗੜ੍ਹ ਲੈ ਕੇ ਆਏ, ਫਿਰ ਹਰ ਪਿੰਡ ਦੇ ਵਿੱਚ ਇਸ਼ਤਿਹਾਰ ਲਵਾਇਆ ਪੋਸਟਰ ਬਣਾ ਕੇ ਕਿ ਆਹ ਚਿੱਠੀ ਹੈ, ਚਿੰਤਾ ਨਾ ਕਰੋ, ਇਹ ਬਿੱਲ ਕਿਸੇ ਦੇ ਖਿਲਾਫ ਨਹੀਂ ਹੈ। ਉਹ ਵਿਅਕਤੀ ਜਿਹੜਾ ਕਿਸਾਨਾਂ ਨੂੰ ਕਹਿੰਦਾ ਸੀ ਇਹ ਵਿਹਲੇ ਲੋਕ ਹੈ ਜਿਹੜੇ ਧਰਨਾ ਦਿੰਦੇ ਹੈ, ਅੱਜ ਜਦੋਂ ਹਾਲਾਤ ਬਦ ਤੋਂ ਬੱਤਰ ਹੋ ਗਏ ਇਹਨਾਂ ਲੋਕਾਂ ਦੇ, ਇਹ ਸਾਨੂੰ ਸਪੀਕਰ ਨੂੰ ਮਿਲੀ ਜਾਂਦੇ ਹੈ। ਇਹਨਾਂ ਦੇ ਕਹਿਣ ਨਾਲ ਨਾ ਇਜਲਾਸ ਬੁਲਾਉਣ ਦੀ ਲੋੜ ਹੈ ਨਾ ਹਟਾਉਣ ਦੀ ਲੋੜ ਹੈ। ਜੋ ਕਰਨਾ ਹੈ ਟੈਕਨੀਕਲ, ਮੇਰਾ ਖਿਆਲ ਜਿਹੜੇ ਐਡਵੋਕੇਟ ਜਰਨਲ ਨੇ ਉਹ ਦੇਖ ਰਹੇ ਸੀ ਤਮਾਮ ਚੀਜ਼ਾਂ, ਕਿੱਦਾਂ ਉਹਨੂੰ ਪ੍ਰੈਜ਼ੈਂਟ ਕਰਨਾ ਹੈ ਬਿੱਲ ਨੂੰ, ਕਿੱਦਾਂ ਖਾਲੀ ਬਿੱਲ ਲੈ ਕੇ ਨਹੀਂ ਆਉਣਾ, ਖਾਲੀ ਇਜਲਾਸ ਨਹੀਂ ਬੁਲਾਉਣਾ, ਕਾਨੂੰਨ ਬਣਾਉਣਾ ਹੈ ਤਾਂ ਜੋ ਕਿਸਾਨ ਨੂੰ ਫਾਇਦਾ ਹੋ ਸਕੇ। ਇਹ ਲੋਕ ਸਾਨੂੰ ਕੀ ਦੱਸਣਗੇ ਜਿਹੜੇ ਅਡਾਨੀ ਤੇ ਅੰਬਾਨੀ ਨੂੰ ਲੈ ਕੇ ਆਏ, ਜਿਨ੍ਹਾਂ ਨੇ ਲਾਂਚ ਕੀਤਾ ਅਡਾਨੀ ਤੇ ਅੰਬਾਨੀ, ਜਿਨ੍ਹਾਂ ਨੇ ਉਹਨਾਂ ਨਾਲ ਮਿਲ ਕੇ ਸਾਈਲੋ ਬਣਾਏ ਮੋਗਾ ਦੇ ਅੰਦਰ, ਇਹਨਾਂ ਦੀ ਹਿੱਸੇਦਾਰੀ ਇਸੇ ਸੁਖਬੀਰ ਸਿੰਘ ਬਾਦਲ ਦੀ। ਫੋਟੋਆਂ ਲੋਕਾਂ ਕੋਲੇ ਜਗ ਜ਼ਾਹਿਰ ਨੇ। ਅਸੀਂ ਤਾਂ 4 ਸਾਲਾਂ ਦਾ ਅਡਾਨੀ ਤੇ ਅੰਬਾਨੀ ਨੂੰ ਆਪਦੇ ਪੰਜਾਬ ਦੇ ਵਿੱਚ ਵੜਨ ਨਹੀਂ ਦਿੱਤਾ ਔਰ ਹੁਣ ਵੀ ਅਸੀਂ ਉਸ ਗੱਲ ਤੇ ਸਟੈਂਡ ਕਰਦੇ ਹਾਂ ਕਿ ਜਿੰਨਾ ਚਿਰ ਕਾਂਗਰਸ ਪਾਰਟੀ ਦੀ ਸਰਕਾਰ ਰਹੇਗੀ ਅਸੀਂ ਕਿਸੇ ਵੀ ਮਲਟੀਨੈਸ਼ਨਲ ਕੰਪਨੀਆਂ ਨੂੰ, ਵੱਡੇ ਲੋਕਾਂ ਨੂੰ, ਕਿਸਾਨ ਨੂੰ ਲੁੱਟਣ ਨਹੀਂ ਦੇਵਾਂਗੇ। ਬੇਸ਼ੱਕ ਕਾਨੂੰਨ ਉਹਨਾਂ ਨੇ ਬਣਾਤਾ, ਬੇਸ਼ੱਕ ਜੋ ਮਰਜ਼ੀ ਕਰ ਲੈਣ। ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਦੇ ਕਹਿਣ ਨਾਲ ਨਹੀਂ, ਉਹ ਕੈਪਟਨ ਅਮਰਿੰਦਰ ਸਿੰਘ ਨੇ, ਮੁੱਖ ਮੰਤਰੀ ਪੰਜਾਬ ਨੇ ਆਪਦਾ ਪਹਿਲਾਂ ਤੋਂ ਇਹ ਮਨ ਬਣਾਇਆ ਹੋਇਆ, ਲੇਕਿਨ ਕੀ ਲੈ ਕੇ ਆਉਣਾ ਹੈ ਉਹਦੇ ਤੇ ਡਰਾਫਟਿੰਗ ਕਰਨੀ ਹੈ। ਇਹ ਥੋੜੀ ਹੈ ਵੀ ਸਵੇਰ ਵਿਧਾਨ ਸਭਾ ਦਾ ਬਣਾ ਲਓ, ਤੁਹਾਡੇ ਕੋਲ ਕਾਗਜ਼ ਪੱਤਰ ਹੀ ਕੋਈ ਨਾ ਹੋਵੇ, ਉਹ ਤੁਹਾਡਾ ਬਿੱਲ ਰਿਜੈਕਟ ਹੋ ਜੇ। ਸੋ ਮੈਨੂੰ ਉਮੀਦ ਲਾਈ ਜਾ ਸਕਦੀ ਹੈ ਕਿ 14 ਤਰੀਕ ਨੂੰ ਜਿਹੜੀ ਕੈਬਨਿਟ ਬੈਠਕ ਹੈ ਉਸ 'ਚ ਵਿਧਾਨ ਸਭਾ ਇਜਲਾਸ ਤੇ ਚਰਚਾ ਹੋ ਸਕਦੀ ਹੈ ਕਿ ਕਿਸ ਤਰ੍ਹਾਂ ਆ ਵਿਧਾਨ ਸਭਾ ਇਜਲਾਸ ਬੁਲਾਇਆ ਜਾਣਾ ਹੈ ਔਰ ਫਿਰ ਮੰਡੀ ਜਿਹੜਾ ਕਿਹਾ ਜਾ ਰਿਹਾ ਕਿ ਪੂਰੇ ਪੰਜਾਬ ਨੂੰ ਮੰਡੀ ਘੋਸ਼ਿਤ ਕਰ ਦਿਓ ਤਾਂ ਤੁਸੀਂ ਆ ਜਿਹੜੇ ਕਾਨੂੰਨ ਹੈ ਇਹਨਾਂ ਦੇ ਦਾਇਰੇ ਤੋਂ ਬਾਹਰ ਹੋ ਜਾਓਗੇ। ਇਸ ਤਰ੍ਹਾਂ ਦੇ ਫੈਸਲੇ ਵੀ ਸਰਕਾਰ ਲੈ ਸਕਦੀ ਹੈ। ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ, ਪਰ ਮੈਨੂੰ ਇਸ ਗੱਲ ਦੀ ਇਲਮ ਹੈਗਾ ਕਿ ਸਰਕਾਰ ਸੰਜੀਦਗੀ ਦੇ ਨਾਲ ਇਹਦੇ ਤੇ ਵਿਚਾਰ ਕਰੀ ਹੈ ਔਰ 100% ਜੋ ਕਿਸਾਨਾਂ ਦੀਆਂ ਮੰਗਾਂ ਹੈ ਉਹਨਾਂ ਦੀ ਵੀ ਐਕਸਪੈਕਟੇਸ਼ਨ ਤੋਂ ਪਰੇ ਦੀਆਂ ਗੱਲਾਂ ਪੰਜਾਬ ਸਰਕਾਰ ਲੈ ਕੇ ਆਏਗੀ ਕੈਬਨਿਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਅੰਦਰ। ਸੋ ਮੈਨੂੰ ਇਹ ਉਮੀਦ ਹੈ ਕਿ ਕਿਸਾਨ ਪੰਜਾਬ ਦਾ ਜਦੋਂ ਉਹ ਕਾਨੂੰਨ ਲੈ ਕੇ ਆਵਾਂਗੇ ਛਾਲਾ ਮਾਰੇਗਾ, ਉਹ ਗੱਲ ਕਹੇਗਾ ਕਿ ਵਾਕਿਆ ਹੀ ਕੁਝ ਨਾ ਕੁਝ ਕਾਂਗਰਸ ਪਾਰਟੀ ਨੇ ਸਾਡੇ ਹੱਕਾਂ ਦੇ ਵਿੱਚ ਕੀਤਾ ਹੈ। ਔਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਤੇ ਮਜੀਠੀਆ ਨੂੰ ਕਹਿਣਾ ਚਾਹੁੰਦਾ, ਕਿਰਪਾ ਕਰਕੇ ਅਗਰ ਤੁਹਾਡੀ ਚ ਜੁਰਤ ਹੈ, ਹਰਸਿਮਰਤ ਕੌਰ ਬਾਦਲ ਸਾਡਾ ਘਰਾਓ ਤਾਂ ਕਰ ਲਓ, ਨੋ ਪ੍ਰੋਬਲਮ। ਤੁਸੀਂ ਇਹ ਵੀ ਕਹਿਤਾ ਕਿ ਅਸੀਂ ਘਰਾਓ ਕਰਾਂਗੇ ਜੇ ਸਦਨ ਨਾ ਸਦਿਆ। ਕਿਰਪਾ ਕਰਕੇ ਇੱਕ ਵਾਰੀ ਅਗਰ ਤੁਹਾਡੇ ਚ ਜੁਰਤ ਹੈ, ਤਿੰਨੇ ਜਾਣੇ, ਅਗਰ ਤੁਹਾਡੇ ਚ ਜੁਰਤ ਹੈ, ਤਿੰਨੇ ਜਾਣੇ ਪਾਰਲੀਮੈਂਟ ਦੇ ਬਾਹਰ ਜਾ ਕੇ ਮੋਦੀ ਦੀ ਫੋਟੋ ਲੈ ਕੇ ਮੁਰਦਾਬਾਦ ਦਾ ਨਾਰਾ ਲਾ ਕੇ ਦਿਖਾ ਦਿਓ। ਅਗਰ ਤੁਸੀਂ ਵਾਕਿਆ ਕਿਸਾਨ ਹਿਤੈਸ਼ੀ ਹੋ, ਮੋਦੀ ਦੀ ਫੋਟੋ ਲਾ ਕੇ ਮੁਰਦਾਬਾਦ ਦਾ ਨਾਰਾ ਲਾਓ ਤਿੰਨੇ ਜਾਣੇ, ਬਾਲੇ ਬੰਦਿਆਂ ਦੀ ਲੋੜ ਨਹੀਂ, ਤੇ ਮੋਦੀ ਦਾ ਪੁਤਲਾ ਜਲਾਓ ਉੱਥੇ। ਅਗਰ ਤੁਸੀਂ ਇਹ ਜਲਾ ਦਿੰਦੇ ਹੋ, ਅਸੀਂ ਇਹ ਵਾਕਈ ਕਵਾਂਗੇ ਤੁਸੀਂ ਕਿਸਾਨ ਹਿਤੈਸ਼ੀ ਹੈ। ਸਾਡੇ ਇੱਥੇ ਤਾਂ ਅਮਰਿੰਦਰ ਸਿੰਘ ਨੇ ਕਾਨੂੰਨ ਬਣਾਇਆ ਜਿਹੜਾ ਅਮਰਿੰਦਰ ਸਿੰਘ ਦੇ ਜਾਂ ਪੰਜਾਬ ਸਰਕਾਰ ਨੂੰ ਕਹਿ ਰਹੇ ਸਪੀਕਰ ਨੂੰ ਅਸੀਂ ਨਾਸੀ ਧੂਆਂ ਲਿਆ ਦਿਆਂਗੇ। ਨਾਸੀ ਧੂਆਂ ਹੁਣ ਤੁਹਾਡੇ ਲੋਕ ਲਿਆਉਣਗੇ। ਆਦਰਨੀय ਮਜੀਠੀਆ ਸਾਹਿਬ, ਲੋਕ ਜਾਣ ਚੁੱਕੇ ਆ ਤੁਹਾਡੀ ਸੱਚਾਈ ਕੀ ਹੈ। ਆਦਰਨੀय ਭੈਣ ਜੀ ਨੇ ਕੰਮ ਕਰਤਾ ਆਪਦਾ, ਮੁਕੰਮਲ ਤੌਰ ਤੇ ਕੰਮ ਕਰਤਾ। ਸੋ ਮੇਰੀ ਬੇਨਤੀ ਹੈ ਕਿ ਇਹ ਸਾਨੂੰ ਇਹ ਗੱਲਾਂ ਨਾ ਸਿਖਾਉਣ। ਅਗਰ ਜ਼ਰੂਰਤ ਹੈ ਇਹਨਾਂ 'ਚ ਤਾਂ ਕੁਝ ਨਾ ਕੁਝ ਭਾਜਪਾ ਦੇ ਖਿਲਾਫ ਅਤੇ ਕਰਨ, ਉਹਨਾਂ ਦੇ ਨਾਲ ਦੁਬਾਰੇ ਸਟੇਜ ਸਾਂਝਾ ਨਾ ਕਰਨ, ਉਹਨਾਂ ਦਾ ਪੁਤਲਾ ਜਲਾਉਣ, ਸਾਡਾ ਵੀ ਸਾਡਨ ਕੋਈ ਗੱਲ ਨਹੀਂ। ਲੇਕਿਨ ਵੜਿੰਗ ਸਾਹਿਬ ਇੱਕ ਹੋਰ ਮਸਲਾ ਚੱਕਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ, ਕਿ ਵਿਵਾਦ ਹੋ ਗਿਆ,
ਔਰ ਸਿੱਧੇ ਤੌਰ ਤੇ ਮੰਤਰੀਆਂ ਦੇ ਖਿਲਾਫ ਹੋ ਗਏ। ਰਵਨੀਤ ਬਿੱਟੂ ਦਾ ਬਿਆਨ ਤੇ ਵੀ ਉਹ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਨੇ ਕਿ ਹੁਣ ਖਹਿੜਾ ਛੁਡਾਉਂਦੀ ਹੈ ਕਾਂਗਰਸ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ। ਕਿਸ ਤਰ੍ਹਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਪੂਰੇ ਇਸ਼ੂ ਨੂੰ ਜਿਹੜਾ ਰਾਹੁਲ ਗਾਂਧੀ ਦੇ ਨਾਲ ਹੋਇਆ, ਔਰ ਰਾਹੁਲ ਗਾਂਧੀ ਉਸ ਸਟੇਜ ਤੇ ਮੌਜੂਦ ਸੀ ਜਦੋਂ ਇੱਕ ਕੈਬਨਿਟ ਮਿਨਿਸਟਰ ਦੇ ਨਾਲ ਸਿੱਧੂ ਦੀ ਤਕਰਾਰ ਹੁੰਦੀ ਨਜ਼ਰ ਆਉਂਦੀ ਹੈ। ਉਹ ਯਾਰ ਇਸ ਤਰ੍ਹਾਂ ਦੀ ਕੋਈ ਤਕਰਾਰਬਾਜ਼ੀ ਨਹੀਂ ਹੋਈ ਜੋ ਮੈਂ ਮੰਨਦਾ। ਅਗਰ ਮੈਨੂੰ ਵੀ ਕੋਈ ਭਾਸ਼ਣ ਦਿੰਦੇ ਨੂੰ ਅਗਰ ਕੋਈ ਮੈਨੂੰ ਕਈ ਵਾਰੀ ਕਹਿੰਦਾ ਕਿ ਸ਼ਾਰਟ, ਤਾਂ ਬੰਦੇ ਨੂੰ ਇਹ ਲੱਗ ਰਿਹਾ ਹੁੰਦਾ ਕਿ ਮੈਂ ਪਿੱਚ ਤੇ ਬੋਲ ਰਿਹਾ ਤੇ ਚੰਗੇ ਵਕਤਾਂ ਨੂੰ ਇਹ ਲੱਗਦਾ ਹੈ ਕਿ ਯਾਰ ਮੈਨੂੰ ਡਿਸਟਰਬ ਨਾ ਕੋਈ ਕਰੇ। ਮੈਂ ਵੀ ਕਹਿੰਦਾ ਯਾਰ ਇੱਕ ਮਿੰਟ ਖੜ ਜਾਓ ਭਾਈ, ਬਥੇਰੇ ਵਾਰੀ ਹੋਇਆ ਮਾਘੀ ਦੇ ਮੇਲਿਆਂ ਤੇ ਵੱਡੀ ਵੱਡੀਆਂ ਰੈਲੀਆਂ ਤੇ ਸਾਡੇ ਨਾਲ ਵੀ ਹੋਇਆ। ਸੋ ਇਹ ਇੱਕ ਪਰਿਵਾਰ ਹੈ ਕਾਂਗਰਸ ਪਾਰਟੀ। ਲੇਕਿਨ ਸਰਕਾਰ ਨਹੀਂ ਇੱਕ ਪਰਿਵਾਰ ਹੋ ਕੇ ਇੱਕ ਮੰਚ ਤੇ ਕਿਸਾਨਾਂ ਦੀ ਲੜਾਈ ਲੜਨਗੇ। ਬੇਸ਼ੱਕ ਆਪਸ ਵਿੱਚ ਮਤਭੇਦ ਸਨ, ਉਹਨਾਂ ਸਾਰਿਆਂ ਨੂੰ ਭੁਲਾ ਕੇ ਤਮਾਮ ਲੀਡਰ ਉੱਥੇ ਇਕੱਠੇ ਹੋਏ। ਇੱਕ ਇੱਕ ਲੀਡਰ ਜਿਹੜਾ ਵੀ ਹੈਗਾ ਰਾਹੁਲ ਗਾਂਧੀ ਜੀ ਦੇ ਝੰਡੇ ਥੱਲੇ ਇਕੱਠੇ ਹੋਏ। ਔਰ ਮੈਨੂੰ ਨਹੀਂ ਲੱਗਦਾ ਕੋਈ ਪਰਿਵਾਰ ਦੇ ਵਿੱਚ ਆਮ ਛੋਟੇ ਪਰਿਵਾਰ 'ਚ ਵੀ ਮਾੜੀ ਮੋਟੀ ਖਟਾਸ ਆ ਜਾਂਦੀ ਹੈ, ਲੇਕਿਨ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਲੜਾਈ ਦਾ ਸਵਾਲ ਹੈ, ਜਿੱਥੋਂ ਤੱਕ ਪੰਜਾਬ ਕਾਂਗਰਸ ਪਾਰਟੀ ਦਾ ਸਵਾਲ ਹੈ, ਜਦੋਂ ਇਹ ਗੱਲ ਹੋਏਗੀ ਜਿੱਥੋਂ ਤੱਕ ਕਿਸਾਨ ਦੇ ਮੁੱਦੇ ਦਾ ਸਵਾਲ ਹੈ, ਅਸੀਂ ਸਭ ਲੋਕ, ਚਾਹੇ ਉਹ ਸਿੱਧੂ ਸਾਹਿਬ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਬਿੱਟੂ ਹੈ, ਚਾਹੇ ਮੈਂ ਹੈ, ਸਭ ਲੋਕ ਇਕੱਠੇ ਹੋ ਕੇ ਉਹ ਲੜਾਈ ਲੜਨ। ਨਸੀਹਤ ਦਿੱਤੀ ਜਾ ਰਹੀ ਹੈ ਸਿੱਧੂ ਨੂੰ ਕਿ ਆਪਣੀ ਅੱਡ ਪਾਰਟੀ ਬਣਾ ਲਓ, ਤੁਹਾਨੂੰ ਵੀ ਨੁਕਸਾਨ ਨਾ ਹੋਏ, ਕਾਂਗਰਸ ਨੂੰ ਨੁਕਸਾਨ ਵੀ ਨਾ ਹੋਏ, ਕਿਉਂਕਿ ਤੁਹਾਡੀ ਕੁੰਡਲੀ ਜਿਹੜੀ ਕਿਸੇ ਨਾਲ ਮੈਚ ਨਹੀਂ ਹੁੰਦੀ, ਤੁਸੀਂ ਬਾਗੀ ਪ੍ਰਵਿਰਤੀ ਦਿਓ। ਰਵਨੀਤ ਬਿੱਟੂ ਦਾ ਵੱਡਾ ਬਿਆਨ ਸੀ। ਉਹ ਰਵਨੀਤ ਬਿੱਟੂ ਜੀ ਨੇ ਉਹਨਾਂ ਨੇ ਆਪਦਾ ਸਮਝ ਦੇ ਮੁਤਾਬਕ ਬਿਆਨ ਦਿੱਤਾ, ਬਟ ਮੈਨੂੰ ਲੱਗਦਾ ਕਿ ਇਸ ਸਮੇਂ ਕਾਂਗਰਸ ਪਾਰਟੀ ਚੋਂ ਕਿਸੇ ਸਰਪੰਚ ਦਾ ਵੀ ਜਾਣਾ, ਮੈਨੂੰ ਤਾਂ ਅਗਰ ਮੇਰੀ ਕੌਂਸਟੀਟਿਊਂਸੀ ਦਾ ਸਰਪੰਚ ਵੀ ਛੱਡ ਕੇ ਜਾਏਗਾ ਉਹਦਾ ਨੁਕਸਾਨ ਹੁੰਦਾ ਹੈ, ਜਾਂ ਛੋਟਾ ਵਿਅਕਤੀ ਕੋਈ ਛੋਟਾ ਕੈਂਡੀਡੇਟ ਛੱਡ ਕੇ ਜਾਏ ਜਾਂ ਉਹ ਪਾਸੇ ਦੀ ਗੱਲ ਕਰੇ। ਮੈਨੂੰ ਲੱਗਦਾ ਹੁਣ ਸਮਾਂ ਹੈ ਕਿ ਸਾਨੂੰ ਸਭ ਲੋਕ ਇਕੱਠੇ ਹੋ ਕੇ ਇੱਕ ਮੰਚ ਤੇ ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਕੇ ਆਉਣ ਵਾਲੇ ਸਮੇਂ 'ਚ 2022 'ਚ ਦੁਬਾਰਾ ਸਰਕਾਰ ਬਣਾਈਏ, ਜਿਹੜੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹ ਕਰ ਪਾਵਾਂਗੇ। ਤੁਹਾਨੂੰ ਲੱਗਦਾ ਹੈ ਕਿ ਸਿੱਧੂ ਨੂੰ ਸਟਾਰ ਫੇਸ ਹੋਣ ਕਰਕੇ ਬਿਹਾਰ ਚੁਣਾਵ ਦੇ ਵਿੱਚ ਵੀ ਹਿੱਸਾ ਬਣਾਉਣ ਦੀ ਲੋੜ ਸੀ ਤਾਂ ਕਿ ਆਵਾਜ਼ ਨਾ ਉੱਠਦੀ ਬਈ ਸਿੱਧੂ ਜਿਹੜੇ ਨੇ ਹੁਣ ਪਾਰਟੀ ਦੇ ਵਿੱਚ ਉਹ ਅਹਿਮੀਅਤ ਉਹਨਾਂ ਦੀ ਨਹੀਂ ਰਹੀ ਜੋ ਪਹਿਲਾਂ ਸੀ? ਐਸਾ ਕੁਝ ਨਹੀਂ ਜੀ, ਮੈਂ ਵੀ ਬਹੁਤ ਵਾਰੀ ਸਟਾਰ ਕੰਪੇਨਰ ਰਹੇ ਹਾਂ, ਬਹੁਤ ਵਾਰੀ ਨਹੀਂ ਰਹੇ ਹੈ। ਇਹ ਹਰ ਵਿਅਕਤੀ ਦੇ ਸਮੇਂ ਦੀ ਗੱਲ ਹੈ ਕਿ ਕੌਣ ਕਿੱਥੇ ਜਾ ਸਕਦਾ ਹੈ, ਤਾਂ ਬਿਲਕੁਲ ਉਹਨੂੰ ਸਟਾਰ ਕੈਂਪੇਨਿੰਗ 'ਚ ਲੈਂਦੇ ਹੈ। ਕਈ ਕੋਈ ਨਹੀਂ ਜਾ ਸਕਦੇ, ਸਮਾਂ ਨਹੀਂ ਹੁੰਦਾ, ਜ਼ਰੂਰੀ ਨਹੀਂ ਹੈ, ਕਈ ਵਾਰੀ ਕੈਪਟਨ ਸਾਹਿਬ ਕੋਲੇ ਨਹੀਂ ਹੁੰਦਾ, ਕਈ ਵਾਰੀ ਸਿੱਧੂ ਸਾਹਿਬ ਕੋਲੇ ਨਹੀਂ ਹੁੰਦਾ, ਕਈ ਵਾਰੀ ਹੋਰ ਕਿਸੇ ਵਿਅਕਤੀ ਕੋਲੇ ਨਹੀਂ ਹੁੰਦਾ। ਸੋ ਹਰ ਵਿਅਕਤੀ ਦੀ ਜ਼ਰੂਰਤ ਤਾਂ ਹੈ ਹੀ, ਹਰ ਵਿਅਕਤੀ ਦੀ ਜ਼ਰੂਰਤ ਹੈ, ਲੇਕਿਨ ਕਿਸੇ ਨੂੰ ਲਿਆ ਜਾਂ ਨਹੀਂ ਲਿਆ ਇਹ ਮੈਨੂੰ ਲੱਗਦਾ ਕੋਈ ਗੰਭੀਰ ਮੁੱਦਾ ਨਹੀਂ। ਇੱਕ ਸਵਾਲ, ਤੁਹਾਨੂੰ ਲੱਗਦਾ ਹੈ ਅਗਰ ਸਿੱਧੂ ਪਾਰਟੀ ਤੋਂ ਪਲਾਇਨ ਕਰਦੇ ਨੇ ਤੇ ਫਿਰ ਨੁਕਸਾਨ ਹੋਊਗਾ ਪਾਰਟੀ? ਦੇਖੋ ਜੀ, ਮੈਂ ਤੁਹਾਨੂੰ ਕਿਹਾ ਕਿ ਕੋਈ ਸਰਪੰਚ ਵੀ ਅਗਰ ਇੱਧਰ ਉੱਧਰ ਹੁੰਦਾ ਹੈ ਉਹਦਾ ਵੀ ਨੁਕਸਾਨ ਹੁੰਦਾ ਹੈ, ਪਰ ਮੈਨੂੰ ਲੱਗਦਾ ਨਹੀਂ ਜਿਹੜੀ ਤੁਸੀਂ ਗੱਲ ਕਹਿੰਦੇ, ਅਸੀਂ ਸਭ ਲੋਕ ਇੱਕ ਮੁੱਠ ਹੈ, ਚਾਹੇ ਉਹ ਸਿੱਧੂ ਸਾਹਿਬ ਹੈ, ਚਾਹੇ ਉਹ ਕੈਪਟਨ ਸਾਹਿਬ ਹੈ। ਜਦੋਂ ਲੜਾਈ ਲੜਨ ਦੀ ਗੱਲ ਆਈ ਨਾ, ਉਹ ਤਾਂ ਆਪਣੇ ਆਪਣੇ ਮੁੱਦੇ ਹੈ, ਘਰੇ ਵੀ ਵਿਚਾਰ ਹੁੰਦੇ, ਪਰ ਜਦੋਂ ਪਰਿਵਾਰ ਦੀ ਗੱਲ ਆਈ ਉਹ ਪਰਿਵਾਰ ਇਕਜੁੱਟ ਇਕੱਠਾ ਹੋ ਕੇ 2022 ਦੀਆਂ ਚੋਣਾਂ ਲੜੇਗਾ, ਤੁਹਾਡੇ ਸਾਹਮਣੇ ਹੋਏਗਾ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਧੰਨਵਾਦ ਜੀ। ਬਿਲਕੁਲ, ਦੇਖੋ ਇਹ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਦੇ ਵਿਧਾਇਕ ਨੇ, ਔਰ ਸਿੱਧੇ ਤੌਰ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ 3 ਵੱਡੇ ਆਗੂਆਂ ਨੂੰ, ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ, ਸੁਖਬੀਰ ਬਾਦਲ ਦੀ ਗੱਲ ਕਰੀਏ, ਬਿਕਰਮ ਮਜੀਠੀਆ ਦੀ ਗੱਲ ਕਰੀਏ, ਉਹਨਾਂ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਘਿਰਾਵ ਕਰ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਤੇ ਫੂਕ ਰਹੇ ਹੋ, ਲੇਕਿਨ ਕੇਂਦਰ ਦੀ ਮੋਦੀ ਸਰਕਾਰ ਦਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵੀ ਹੁੰਗਾਰਾ ਭਰੋ, ਉਹਨਾਂ ਦੇ ਖਿਲਾਫ ਵੀ ਪ੍ਰਦਰਸ਼ਨ ਕਰਨ ਦੀ ਹਿੰਮਤ ਜੁਟਾਓ, ਤਾਂ ਆਪਾਂ ਮੰਨ ਲਾਂਗੇ ਕਿ ਤੁਸੀਂ ਕਿਸਾਨ ਹਿਤੈਸ਼ੀ ਹੋ। ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਕਿ ਸੈਸ਼ਨ ਬੁਲਾਉਣ ਤੇ ਪ੍ਰੋਪਰ ਮੰਥਨ ਕੀਤਾ ਜਾ ਰਿਹਾ ਹੈ, ਕਿਉਂਕਿ ਸੈਸ਼ਨ ਅਗਰ ਬੁਲਾਇਆ ਜਾਏਗਾ ਤੇ ਪ੍ਰੋਪਰ ਹੱਲ ਕੱਢਿਆ ਜਾਏਗਾ ਤਾਂ ਕਿ ਕਿਸਾਨ ਜਿਹੜੇ ਨੇ ਉਹ ਦੁਬਾਰਾ ਇਸ ਤਰ੍ਹਾਂ ਸੜਕਾਂ ਤੇ ਨਜ਼ਰ ਨਾ ਆਉਣ। ਔਰ ਇਸ ਤੋਂ ਇਲਾਵਾ ਅਗਰ ਆਪਾਂ ਸਿੱਧੂ ਦੇ ਵਿੱਚ ਤਕਰਾਰ ਜਿਹੜੀ ਚੱਲੀ ਉਸ ਤੇ ਵੀ ਇਹਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਇਸ ਵਕਤ ਸਾਰੇ ਇਕੱਠੇ ਹੋਣ ਦੀ ਸਾਰਿਆਂ ਨੂੰ ਲੋੜ ਹੈ, ਔਰ ਆਪਾਂ ਇਕੱਠੇ ਹਾਂ ਜਦੋਂ ਪਰਿਵਾਰ ਦੀ ਗੱਲ ਆਏਗੀ ਤੇ ਇਕੱਠੇ ਹੋ ਕੇ ਜਿਹੜੀ ਪਰਿਵਾਰ ਦੀ ਲੜਾਈ ਹੈ ਉਹ ਵੀ ਆਪਾਂ ਲੜਦੇ ਹੋਏ ਨਜ਼ਰ ਆਉਣਗੇ। ਬਹਿਰਹਾਲ ਦੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੇ ਇਸ ਤਰ੍ਹਾਂ ਦੇ ਬਿਆਨਾਂ ਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਨਾਲ ਪਲਟਵਾਰ ਕਰਦਾ ਹੋਇਆ ਨਜ਼ਰ ਆਉਂਦਾ ਹੈ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।